हरे अमृत बाणी राम, सुन वड पाजिया, सुन वड पाजिया। जत की जटा जोग को मजन, नेम के नखन बढ़ाओ, ज्ञान गुरु आत्म उपदेशो, नाम विपूत लगाओ। ये फरमान साहिब कमाल साहिब श्री गुरु गोबिंद सिंह जी द्वारा उच्चारित है। पाटलिपुत्र बिहार विखे पिता श्री गुरु तेग बहादुर जी दे गृह विखे माता गुजरी जी दी कुखों अवतार धारन वाले साहिब श्री गुरु गोबिंद सिंह जी अपने आप नूं उस अकाल पुरख दा दास बयानदे ने। आप जी दा बचपन पटना शहर दी धरती ते बतीत होया। उपरंत आप जी अपने पिता जी अते परिवार समेत श्री अनंतपुर साहिब आ गए, जिथे आप जी दी सिੱਖਿਆ दीख्या हुई। आप जी नूं अध्यात्मिक विद्या दे नाल-नाल शस्त्र विद्या दी भी प्राप्ति हुई। 9 साल दी अवस्था विच ही आप जी ने अपने पिता साहिब श्री गुरु तेग बहादुर जी नूं धर्म दी रखिया वास्ते कुर्बानी देण लई दिल्ली भेजिया। पिता जी दी शहादत उपरंत आप जी नूं गुरगद्दी प्राप्त हुई। आप जी ने बहुत सारा साहित रचिया। आप जी ने धर्म चलाउण दे लई, संतां नूं उभारन दे लई, दुष्टां नूं मूल रूप तो उपारन दे लई खालसा पंथ दी सिरजणा कीती। आप जी ने धर्म हित अपना सरबंस भी वार दिता। आप जी ने धर्म हित जंगा करन तो बाद तख्त श्री दमदमा साहिब तलवंडी साबोकी वाले स्थान ते दम लिया। इस स्थान ते आप जी ने श्री ग्रंथ साहिब जी दी रचना करवाई, जिस विच श्री गुरु तेग बहादुर जी दी बाणी भी शामिल की गई। इथों आप जी महाराष्ट्र नांदेड़ दी धरती वाल रवाना हुए। ये आप जी दे जीवन दा अंतला पड़ाव सी। आप जी ने कुल मनुखता नूं प्रभु प्रेम दा संदेश दिता ते फरमाया, साच कहूं सुन लेह सब है, जिन प्रेम कियो तिन ही प्रभ पायो। सरवण करदे हां इस सवैये दा गायन भाई अमनदीप सिंह होरां पासों। साच कहूं सुन ले हो सब, साच कहूं सुन ले हो सब, जिन प्रेम कियो तिन ही प्रभ पायो। साच कहूं सुन ले हो सब, जिन प्रेम कियो तिन ही प्रभ पायो। कहाँ भयो जो दो लोचन मुंद के बैठ रहो, बक ध्यान लगायो। बैठ रहो, बक ध्यान लगायो। साच कहूं सुन ले हो सब, जिन प्रेम कियो तिन ही प्रभ पायो। साच कहूं सुन ले हो सब, जिन प्रेम कियो तिन ही प्रभ पायो। साच नाथ प्रियो लिए सात समुद्रन,
साच कहूं सुन लेह सब है, जिन प्रेम कियो तिन ही प्रभ पायो। ਇਸ ਸਵਈਏ ਦਾ ਗਾਇਨ ਕੀਤਾ ਸੀ ਭਾਈ ਅਮਨਦੀਪ ਸਿੰਘ ਹੋਰਾਂ ਨੇ। ਆਪ ਜੀ ਆਪਣੀ ਇੱਕ ਰਚਨਾ 'ਚ ਫਰਮਾਉਂਦੇ ਨੇ, ਜਿਨ੍ਹਾਂ ਹਿਰਦਿਆਂ ਦੇ ਵਿੱਚ ਉਸ ਪ੍ਰਭੂ ਦੀ ਪੂਰਨ ਜੋਤ ਘਰ ਘਰ ਜਾਂਦੀ ਹੈ, ਉਹੀ ਜਨ ਸ਼ੁੱਧ ਹਨ, ਖਾਲਿਸ ਹਨ ਤੇ ਐਸੇ ਪ੍ਰਾਣੀ ਉਸ ਅਕਾਲ ਪੁਰਖ ਤੋਂ ਇਲਾਵਾ ਕਿਸੇ ਹੋਰ ਦੀ ਆਰਾਧਨਾ ਨਹੀਂ ਕਰਦੇ, ਕਿਸੇ ਹੋਰ ਨੂੰ ਨਹੀਂ ਮੰਨਦੇ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ। ਸਰਵਣ ਕਰਦੇ ਹਾਂ ਬੀਬੀ ਆਸ਼ੂਪ੍ਰੀਤ ਕੌਰ ਤੇ ਉਹਨਾਂ ਦੇ ਜੱਥੇ ਪਾਸੋਂ ਇਸ ਸਵਈਏ ਦਾ ਗਾਇਨ। ਜਾਗਤ ਜੋਤ ਜਪੈ ਨਿਸਬਾਸਰ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਏਕ ਬਿਨਾ ਮਨ ਨੈਕ ਨ ਆਨੈ।
ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ। ਇਸ ਸਵਈਏ ਦਾ ਗਾਇਨ ਕੀਤਾ ਸੀ ਬੀਬੀ ਆਸ਼ੂਪ੍ਰੀਤ ਕੌਰ ਤੇ ਉਹਨਾਂ ਦੇ ਜੱਥੇ ਨੇ। ਹੁਣ ਸਰਵਣ ਕਰਦੇ ਹਾਂ ਇਸ ਸਵਈਏ ਦੀ ਵਿਆਖਿਆ। ਵਿਆਖਿਆਕਾਰ ਨੇ ਗਿਆਨੀ ਜਸਬੀਰ ਸਿੰਘ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਏ ਨ ਖਾਲਸ ਜਾਣੈ। ਇਹ ਪਾਕ ਬਚਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਜੀ ਦੇ ਉਚਾਰਨ ਕੀਤੇ ਹੋਏ 33 ਸਵਈਏ ਨਾਮਕ ਬਾਣੀ ਦਾ ਪਹਿਲਾ ਸਵਈਆ ਹੈ। ਇਹ ਬਚਨ ਪੜ੍ਹ ਕੇ ਇਉਂ ਪ੍ਰਤੀਤ ਹੁੰਦਾ ਹੈ ਕਿ ਖੰਡੇ ਬਾਟੇ ਦੀ ਪੌਲ ਦੇ ਕੇ ਗੁਰੂ ਸਾਹਿਬ ਆਪਣੇ ਖਾਲਸੇ ਨੂੰ ਜੀਵਨ ਦੀ ਜੁਗਤ, ਜੀਵਨ ਦਾ ਸਿਧਾਂਤ ਬਖਸ਼ਦੇ ਹਨ। ਆਓ ਗੁਰੂ ਦੇ ਬਖਸ਼ੇ ਸਿਧਾਂਤ ਨੂੰ ਵਿਚਾਰੀਏ ਅਤੇ ਆਪਣੇ ਜੀਵਨ ਵਿੱਚ ਅਪਣਾ ਕੇ ਇਹਨਾਂ ਬਚਨਾਂ ਨੂੰ ਸਮਰਪਿਤ ਹੋਈਏ। ਸਵਈਏ ਦਾ ਪਹਿਲਾ ਬਚਨ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ। ਜਾਗਤ ਜੋਤ ਤੋਂ ਭਾਵ ਚੇਤਨ ਪ੍ਰਕਾਸ਼ ਸਵਰੂਪ, ਜੋ ਜੜ ਪ੍ਰਕਾਸ਼ ਤੋਂ ਅਲੱਗ ਹੈ। ਭਾਵ ਉਹ ਕਰਤਾਰ ਕਰਤਾ ਪੁਰਖ ਜਿਸ ਦਾ ਰੂਪ ਖੁਦ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਉਚਾਰਨ ਕੀਤੀ ਪਾਵਨ ਬਾਣੀ ਵਿੱਚ ਇਉਂ ਦਰਸਾਉਂਦੇ ਹਨ। ਉਹ ਕਰਤਾਰ ਜੋ ਸ਼ੁਰੂ ਤੋਂ ਹੀ ਅਦਵੈਖ ਹੈ, ਅਭੇਖ ਹੈ ਅਤੇ ਸਭ ਤੋਂ ਵੱਡਾ ਮਾਲਕ ਹੈ। ਸਤ ਸਰੂਪ ਵਾਲਾ, ਸਦਾ ਹੀ ਕਾਇਮ ਰਹਿਣ ਵਾਲਾ, ਆਪ ਖੁਦ ਜੋਤੀ ਸਵਰੂਪ, ਮਹਾਜੋਤੀ ਸਵਰੂਪ, ਪ੍ਰਭੂ ਹੀ ਸਭਨਾ ਜੋਤੀਆਂ ਦੇ ਪ੍ਰਕਾਸ਼ਨ ਵਾਲਾ ਹੈ। ਜਿਵੇਂ ਕਿ ਸੂਰਜ, ਚੰਦਰਮਾ ਆਦਿਕ ਜਿਸ ਦਾ ਕਰਤਾ ਕਰਤਾਰ ਹੈ। ਗੁਰੂ ਨਾਨਕ ਸਾਹਿਬ ਜੀ ਵੀ ਗਵਾਹੀ ਦਿੰਦੇ ਹਨ, ਥਾਲ ਗਗਨ ਹੈ ਜਿਸ ਵਿੱਚ ਸੂਰਜ ਤੇ ਚੰਦ ਦੋਵੇਂ ਦੀਵੇ ਦੀ ਤਰ੍ਹਾਂ ਹਨ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਕਰਤਾਰ ਨੇ ਕੇਵਲ ਚੰਦ ਅਤੇ ਸੂਰਜ ਹੀ ਦੋ ਜੋਤਾਂ ਨਹੀਂ ਜਗਾਈਆਂ। ਅਸਲ ਵਿੱਚ ਸਮਝਣ ਦਾ ਯਤਨ ਕਰੀਏ, ਜਿਤਨੇ ਵੀ ਜੀਵ ਅਸੀਂ ਦੇਖ ਰਹੇ ਹਾਂ, ਇਹ ਸਭ ਨੂੰ ਗੁਰੂ ਸਾਹਿਬ ਆਪਣੇ ਬਚਨਾਂ ਰਾਹੀਂ ਸੁਚੇਤ ਕਰਦੇ ਹਨ ਕਿ ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਹੇ ਮੇਰੇ ਮਨ, ਤੂੰ ਉਸ ਪਰਮਾਤਮਾ ਦੀ ਹੀ ਅੰਸ਼ ਹੈ ਜੋ ਨਿਰਾ ਨੂਰ ਹੀ ਨੂਰ ਹੈ। ਰਾਗ ਆਸਾ ਵਿੱਚ ਧੰਨ ਗੁਰੂ ਅਮਰਦਾਸ ਜੀ ਬਚਨ ਕਰਦੇ ਹਨ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਅੱਜ ਦੇ ਪਾਵਨ ਬਚਨਾਂ ਵਿੱਚ ਉਸੇ ਜੋਤੀ ਸਵਰੂਪ ਪਰਮ ਪਿਤਾ ਸਭ ਦੇ ਕਰਤਾ ਕਰਤਾਰ ਨੂੰ ਦਿਨ ਰਾਤ ਜਪ ਕੇ ਖਾਲਸਾ ਜੀ ਇੱਕ ਕਰਤਾਰ ਤੋਂ ਬਿਨਾਂ ਹੋਰ ਕਿਸੇ ਦੀ ਮਨੌਤ ਨੂੰ ਆਪਣੇ ਮਨ ਵਿੱਚ ਰੱਤੀ ਮਾਤਰ ਵੀ ਨਾ ਆਉਣ ਦੇ। ਭਾਵ ਸਿਧਾਂਤ ਖਾਲਸੇ ਪ੍ਰਤੀ ਕਿ ਖੰਡੇ ਬਾਟੇ ਦੀ ਪਹੁਲ ਲੈਣ ਉਪਰੰਤ, ਹੇ ਖਾਲਸਾ, ਮਨ ਵਿੱਚ ਕਿਸੇ ਦੂਜੇ ਨੂੰ ਨਾ ਲਿਆਵੀਂ। ਗੁਰਬਾਣੀ ਦਾ ਵਾਕ ਹੈ, ਸੋ ਡਰੇ ਜੇ ਪਾਪ ਕਮਾਉਂਦਾ। ਸੂਬਾ ਸਰਹੰਦ ਨੇ ਜੋ ਪਾਪ ਕੀਤੇ ਉਹ ਕਿਸੇ ਕੋਲੋਂ ਛੁਪੇ ਨਹੀਂ ਸਨ। ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰ ਸ਼ਾਹ ਨਾਲ ਨੇੜਤਾ ਸੁਣ ਕੇ ਡਰਿਆ ਹੋਇਆ ਦੋ ਪਠਾਨਾਂ ਨੂੰ ਬਹੁਤਾ ਧਨ ਦਾ ਲਾਲਚ ਦੇ ਕੇ ਸਤਿਗੁਰਾਂ ਨੂੰ ਮਾਰਨ ਦੀ ਸਾਜ਼ਿਸ਼ ਰਚੀ। ਇਹ ਦੋਵੇਂ ਖਾਨ ਪਠਾਨ ਨੰਦੇੜ ਦੀ ਧਰਤੀ ਤੇ ਪਹੁੰਚ ਕੇ ਗੁਰੂ ਦਰ ਤੇ ਨਿਤ ਆਉਣ ਲੱਗੇ। 15 ਸਤੰਬਰ 1708 ਈਸਵੀ ਵਾਲੇ ਦਿਨ ਦੋਵੇਂ ਪਠਾਨ ਸੋਦਰ ਦੇ ਸਮੇਂ ਗੁਰੂ ਘਰ ਆਏ। ਸੋਦਰ ਦੀ ਬਾਣੀ ਦੇ ਪਾਠ ਦੀ ਸਮਾਪਤੀ ਉਪਰੰਤ ਗੁਰੂ ਸਾਹਿਬ ਜੀ ਤੇ ਤਿੱਖੀ ਕਟਾਰ ਨਾਲ ਜਮਸ਼ੈਦ ਖਾਨ ਨੇ ਹਮਲਾ ਕੀਤਾ। ਪੂਰੇ ਤਾਨ ਨਾਲ ਚਲਾਈ ਕਟਾਰ ਪੇਟ ਵਿੱਚ ਧੱਸ ਗਈ। ਤਤਕਾਲ ਗੁਰੂ ਸਾਹਿਬ ਜੀ ਨੇ ਆਪਣੀ ਤਲਵਾਰ ਸੰਭਾਲੀ ਅਤੇ ਖਾਨ ਨੂੰ ਉੱਥੇ ਹੀ ਵਾਰ ਕਰਕੇ ਸਿਰ ਧੜ ਅਲੱਗ ਕਰ ਦਿੱਤਾ। ਗੁਰੂ ਜੀ ਦਾ ਜ਼ਖਮ ਸੀਤਾ ਗਿਆ। ਕੁਝ ਦਿਨਾਂ ਵਿੱਚ ਜ਼ਖਮ ਠੀਕ ਹੋਣ ਲੱਗਾ। 6 ਅਕਤੂਬਰ ਨੂੰ ਜਦੋਂ ਗੁਰੂ ਸਾਹਿਬ ਇੱਕ ਵਿਸ਼ਾਲ ਕਮਾਨ ਦਾ ਚਿਲਾ ਚੜ੍ਹਾਉਣ ਲੱਗੇ ਤਾਂ ਜ਼ਖਮ ਦੇ ਟਾਂਕੇ ਟੁੱਟ ਗਏ। ਗੁਰੂ ਜੀ ਨੇ ਆਪਣਾ ਅੰਤ ਸਮਾਂ ਨਜ਼ਦੀਕ ਆਇਆ ਜਾਣ ਕੇ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਜਦ ਸਿੱਖਾਂ ਨੇ ਅਤੀ ਨਿਮਰਤਾ ਨਾਲ ਬੇਨਤੀ ਕੀਤੀ, ਆਪ ਜੀ ਤੋਂ ਬਾਅਦ
ਗੁਰੂ ਕੌਣ ਹੋਵੇਗਾ? ਤਾਂ ਆਪ ਜੀ ਨੇ ਫਰਮਾਇਆ, ਇੱਕ ਦਿਨ ਮਿਲ ਕੇ ਸਿੰਘ ਪੁੱਛਣੈ ਲਾਗੈ, ਕਮਨ ਰੂਪ ਆਪਨ ਪ੍ਰਭ ਕੀਨੋ, ਤਿਨ ਕੇ ਜਵਾਬ ਭਾਂਤ ਇਹ ਦੀਨੋ। ਤਾਹੇ ਸਮੇਂ ਗੁਰਬੈਨ ਸੁਣਾਇਓ, ਖਾਲਸਾ ਆਪਣਾ ਰੂਪ ਬਤਾਇਓ। ਖਾਲਸੇ ਹੀ ਸੋਂ ਹੈ ਮਮ ਕਾਮਾ, ਬਖਸ਼ ਦਿਓ ਖਾਲਸੇ ਕੋ ਜਾਮਾ। ਉਸੇ ਸਮੇਂ ਭਾਈ ਨੰਦ ਲਾਲ ਜੀ ਦੇ ਕਥਨ ਅਨੁਸਾਰ ਗੁਰੂ ਜੀ ਨੇ ਫਰਮਾਇਆ, ਜੋ ਮਮ ਸਾਥ ਚਾਹੇ ਕਰ ਬਾਤ, ਗ੍ਰੰਥ ਜੀ ਪੜ੍ਹੇ ਸੁਣੇ ਵਿਚਾਰੇ ਸਾਥ। ਜੋ ਮਮ ਬਚਨ ਸੁਨਨ ਕੀ ਚਾਏ, ਗ੍ਰੰਥ ਜੀ ਪੜ੍ਹੇ ਸੁਣੇ ਚਿਤ ਲਾਏ। ਮੇਰਾ ਰੂਪ ਗ੍ਰੰਥ ਜੀ ਜਾਣ, ਇਸਮੇ ਭੇਦ ਨਹੀਂ ਕੁਝ ਮਾਨ। ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਜਿਹ ਨਿਸਪੋਰ। ਐਸੇ ਬਚਨ ਗੁਰਸਿੱਖਾਂ ਨਾਲ ਕਰਦੇ ਹੋਏ ਦਸ਼ਮੇਸ਼ ਪਿਤਾ ਜੀ ਨੇ 7 ਅਕਤੂਬਰ 1708 ਈਸਵੀ ਨੂੰ ਅੱਧੀ ਰਾਤ ਤੋਂ ਕੁਝ ਸਮੇਂ ਬਾਅਦ ਕੁਝ ਗੁਰਸਿੱਖਾਂ ਨੂੰ ਆਪਣੇ ਪਾਸ ਬੁਲਾਇਆ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਜੋਤੀ ਜੋਤ ਸਮਾ ਗਏ। ਵਿਚਾਰ ਅਧੀਨ ਸ਼ਬਦ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ। ਜੋ ਸਭ ਦਾ ਕਰਤਾ ਸਭ ਥਾਈਂ ਪੂਰਨ ਹੈ, ਉਸ ਪਰਿਪੂਰਨ ਨਾਲ ਪ੍ਰੇਮ ਅਤੇ ਪ੍ਰਤੀਤ ਮੇਰਾ ਖਾਲਸਾ ਬਣਾਵੇ ਅਤੇ ਕਦੇ ਵੀ ਮੇਰਾ ਖਾਲਸਾ ਵਰਤ ਨਾ ਰੱਖੇ, ਅੰਨ ਛੱਡ ਕੇ ਪਖੰਡ ਨਾ ਕਰੇ, ਕਬਰਾਂ ਮੜੀ ਮੱਟ ਨੂੰ ਭੁੱਲ ਕੇ ਵੀ ਨਾ ਮੰਨੇ, ਕਿਉਂਕਿ ਗੁਰੂ ਦਾ ਸਿੱਖ ਇਹ ਵਰਤ ਜੋ ਗੁਰੂ ਗ੍ਰੰਥ ਸਾਹਿਬ ਦੱਸਦੇ ਹਨ, ਇਸ ਨੂੰ ਕਬੂਲ ਕਰੇ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਜਿਹੜਾ ਮਨੁੱਖ ਆਪਣੇ ਮਨ ਵਿੱਚ ਸੰਤੋਖ ਰੱਖਦਾ ਹੈ ਅਤੇ ਸਾਰੇ ਜੀਵਾਂ ਨਾਲ ਬਿਨਾਂ ਕਿਸੇ ਵਿਤਕਰੇ ਦਇਆ ਪਿਆਰ ਵਾਲਾ ਸਲੂਕ ਕਰਦਾ ਹੈ, ਇਸ ਤਰੀਕੇ ਨਾਲ ਜੀਵਨ ਗੁਜ਼ਾਰਦਿਆਂ ਉਸ ਦਾ ਵਰਤ ਕਾਮਯਾਬ ਹੋ ਜਾਂਦਾ ਹੈ। ਭਾਵ ਇਹੀ ਹੈ ਕਿ ਸਿੱਖ ਦਾ ਅਸਲੀ ਵਰਤ ਗੁਰਵਾਕ ਹੈ, ਮਨ ਸੰਤੋਖ ਸਰਬ ਜੀ ਦਇਆ, ਇਨ ਬਿਦ ਵਰਤ ਸੰਪੂਰਨ ਪਿਆ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ। ਤੀਰਥ ਇਸ਼ਨਾਨ ਦਾਨ ਕਰਨਾ, ਦਇਆ ਕਰਨੀ, ਤਪ ਕਰਨੇ, ਸੰਜਮ ਰੱਖਣਾ, ਇੱਕ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਪਿਛਾਂ ਦੱਸੇ ਹੋਏ ਕਰਮਾਂ ਵਿੱਚੋਂ ਮੇਰਾ ਖਾਲਸਾ ਇੱਕ ਵੀ ਨਾ ਪਛਾਣੇ ਨਾ ਜਾਣੇ। ਇਹਨਾਂ ਕਰਮਾਂ ਤੋਂ ਗੁਰੂ ਸਾਹਿਬ ਇਸ ਲਈ ਵਰਜਦੇ ਹਨ ਕਿਉਂਕਿ ਗੁਰਮਤਿ ਦੇ ਕਥਨ ਮੁਤਾਬਕ ਤੀਰਥ ਜਾਓ ਤਾਂ ਹਉ ਹਉ ਕਰਤੇ, ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਭਾਵ ਇੱਕ ਕਰਤਾਰ ਦਾ ਚਿੰਤਨ ਸਿਮਰਨ ਤਿਆਗ ਕੇ ਮਨੁੱਖ ਤੀਰਥ ਇਸ਼ਨਾਨ ਕਰਕੇ, ਵਰਤ ਆਦਿਕ ਰੱਖ ਕੇ, ਦਾਨ ਪੁੰਨ ਕਰਕੇ, ਆਪਣੇ ਮਨ ਵਿੱਚ ਇਹ ਕਰਮ ਕਰਕੇ ਅਕਸਰ ਅਹੰਕਾਰ ਕਰਦਾ ਹੈ ਅਤੇ ਆਪਣੇ ਆਪ ਪ੍ਰਤੀ ਐਸਾ ਵਿਚਾਰ ਬਣਾਉਂਦਾ ਹੈ ਕਿ ਮੈਂ ਧਰਮੀ ਬਣ ਗਿਆ ਹਾਂ। ਅਸਲ ਵਿੱਚ ਕਰਮ ਕਾਂਡੀ ਬਣਿਆ ਕਦੇ ਵੀ ਇਨਸਾਨ ਧਰਮੀ ਨਹੀਂ ਬਣ ਸਕਦਾ। ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਸਾਰੇ ਕਰਮਾਂ ਨਾਲ ਕਦੇ ਵੀ ਤੇਰੀ ਇਹਨਾਂ ਨਾਲ ਕੋਈ ਜਾਣ ਪਹਿਚਾਨ ਨਹੀਂ ਹੈ। ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਏ ਨਖਾਲਸ ਜਾਣੈ। ਇੱਕੋ ਇੱਕ ਕਰਤਾਰ ਦਾ ਦਿਨ ਰਾਤ ਨਾਮ ਜਪਦਿਆਂ ਕਿਉਂਕਿ ਨਾਮ ਜਪਤ ਕੋਟ ਸੂਰ ਉਜਾਰਾ। ਪਰਿਪੂਰਨ ਪਰਮਾਤਮਾ ਦੀ ਜੋਤ ਜਦੋਂ ਹਿਰਦੇ ਵਿੱਚ ਜਗੇਗੀ ਤਦੋਂ ਹੀ ਮੇਰਾ ਖਾਲਸਾ ਉਸ ਨੂੰ ਪੂਰਨ ਖਾਲਸਾ ਜਾਣੇਗਾ। ਜਦੋਂ ਮੇਰਾ ਸਿੱਖ ਇੱਕ ਦੇ ਪ੍ਰੇਮ ਅਤੇ ਸਿੱਧਕ ਸਿਮਰਨ ਵਿੱਚ ਲੱਗਾ ਰਹੇਗਾ ਅਤੇ ਅਭਿਆਸ ਕਰਦਿਆਂ ਜੈਸੋ ਸੇਵੈ ਤੈਸੋ ਹੋਏ ਦਾ ਰੂਪ ਹੋਇਆਂ, ਤਦੋਂ ਹੀ ਸਿੱਖ ਖਾਲਸਾ ਪੂਰਨ ਪਦ ਦਾ ਅਧਿਕਾਰੀ ਹੋ ਕੇ ਖਾਲਸਾ ਪਦਵੀ ਦਾ ਹੱਕਦਾਰ ਬਣ ਜਾਏਗਾ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ। ਤੁਸੀਂ ਸਰਵਣ ਕਰ ਰਹੇ ਸੀ ਇਸ ਸਵਈਏ ਦੀ ਵਿਆਖਿਆਕਾਰ ਸਨ ਗਿਆਨੀ ਜਸਬੀਰ ਸਿੰਘ। ਜੀਵਨ ਦੇ ਅੰਤਲੇ ਪੜਾਅ 'ਚ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਸ਼ਟਰ ਵਿੱਚ ਨਾਂਦੇੜ ਦੀ ਧਰਤੀ 'ਤੇ ਗੋਦਾਵਰੀ ਨਦੀ ਦੇ ਕਿਨਾਰੇ ਆਣ ਪੁੱਜੇ। ਇੱਥੇ ਆਪ ਜੀ ਨੇ
ਪ੍ਰਭੂਪੁਰੀ ਪਿਆਨਾ ਕਰਨ ਤੋਂ ਪਹਿਲਾਂ ਸ਼ਬਦ ਅਵਤਾਰ ਸ਼੍ਰੀ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕਰ ਦਿੱਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖਤਾ ਦੇ ਰਹਿਬਰ ਥਾਪ ਕੇ ਆਪ ਪ੍ਰਭਪੁਰੀ ਪਿਆਨਾ ਕਰ ਗਏ। ਜੋਤ ਜੋਤ ਦੇ ਵਿੱਚ ਰਲ ਗਈ। ਆਪ ਆਪਣੇ ਮੂਲ ਅਕਾਲ ਪੁਰਖ ਪ੍ਰਮਾਤਮਾ ਵਿੱਚ ਵਿਲੀਨ ਹੋ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਸੂਰਜ ਕਿਰਨ ਮਿਲੇ जल का जल हुआ राम, ज्योति ज्योत रली संपूर्ण थीया राम, ज्योति ज्योत रली संपूर्ण थीया राम। ब्रह्म दिसै ब्रह्म सुनिए, एक एक वखाणिए, ब्रह्म दिसै ब्रह्म सुनिए, एक एक वखाणिए, आत्म पसारा करण हारा, प्रभ बिना नहीं जानिए, आत्म पसारा करण हारा, प्रभ बिना नहीं जानिए, ज्योति ज्योत रली संपूर्ण थीया राम, ज्योति ज्योत रली संपूर्ण थीया राम। आप करता आप पुगता, आप कारण किया, आप करता आप पुगता, आप कारण किया, बिनवंत नानक से जाने, जिन्नी हर रस पिया,
ਬਿਨਵੰਤ ਨਾਨਕ ਸੇ ਜਾਣ ਜਿਨੀ ਹਰ ਰਸ ਪੀਆ ਜੋਤੀ ਜੋਤ ਰਲੀ ਸੰਪੂਰਨ ਥੀਆ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ सूरज किरण मिले जल का जल हुआ राम ज्योति ज्योत रली संपूਰਨ थिया राम। इस शब्द ਦਾ ਗਾਇਨ ਕੀਤਾ ਸੀ ਭਾਈ ਹਰਜਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਨੇ।